ਬਾਬੂਸ਼ਾਹੀ ਦੇਖ ਰਹੇ ਸਾਰਿਆਂ ਦਾ ਸਵਾਗਤ ਹੈ ਜੀ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਅਸੀਂ ਮੌਜੂਦ ਹਾਂ। ਪੰਜਾਬ ਯੂਨੀਵਰਸਿਟੀ ਸੈਨੇਟ ਦੀਆਂ ਚੋਣਾਂ ਹੋਣ ਜਾ ਰਹੀਆਂ ਨੇ। ਲੰਬੇ ਸਮੇਂ ਤੋਂ ਬਾਅਦ ਪਿਛਲੇ ਲਗਭਗ 1.5 ਸਾਲ ਤੋਂ ਜਿਹੜਾ ਸੀਗਾ ਚੋਣਾਂ ਲਟਕੀਆਂ ਹੋਈਆਂ ਸੀਗੀਆਂ, 2 ਵਾਰ ਮੁਲਤਵੀ ਵੀ ਹੋਈਆਂ ਤੇ ਹੁਣ ਫਾਈਨਲੀ ਜਿਹੜਾ ਸ਼ਡਿਊਲ ਇਹਦਾ ਅਨਾਉਂਸ ਹੋ ਚੁੱਕਿਆ ਤੇ 26 ਅਪ੍ਰੈਲ ਨੂੰ ਇਸ ਮਹੀਨੇ ਦੀ 26 ਤਰੀਕ ਨੂੰ ਜਿਹੜੀਆਂ ਨੇ ਚੋਣਾਂ ਸ਼ੁਰੂ ਹੋ ਜਾਣਗੀਆਂ ਤੇ ਅਲੱਗ-ਅਲੱਗ ਜਿਹੜੀਆਂ ਕਨਸਟੀਟੂਐਂਸੀ ਦੀਆਂ ਜਿਹੜੀਆਂ ਚੋਣਾਂ ਨੇ ਉਹ ਚੱਲਦੇ 16 ਮਈ ਨੂੰ ਜਾ ਕੇ ਖਤਮ ਹੋ ਜਾਣਗੀਆਂ। ਅੱਜ ਸਾਡੇ ਨਾਲ ਗੱਲ ਕਰਨ ਲਈ ਮੌਜੂਦ ਨੇ ਸੈਨੇਟ ਦੇ ਮੈਂਬਰ ਨੇ ਡਾਕਟਰ ਸ਼ਮਿੰਦਰ ਸਿੰਘ ਸੰਧੂ, ਚੰਡੀਗੜ੍ਹ ਦੇ DAV ਕਾਲਜ ਦੇ ਪ੍ਰੋਫੈਸਰ ਨੇ। ਅੱਜ ਇਹਨਾਂ ਨਾਲ ਗੱਲਬਾਤ ਕਰਾਂਗੇ। ਸੈਨੇਟ ਦੇ ਜਿਹੜੇ ਮੁੱਦੇ ਨੇ, ਕੀ ਮੁੱਦੇ ਹੁੰਦੇ ਨੇ ਸੈਨੇਟ ਬਾਰੇ, ਸਰਲ ਭਾਸ਼ਾ ਦੇ ਵਿੱਚ ਵੀ ਸਮਝਾਂਗੇ ਕਿਤੇ ਨਾ ਕਿਤੇ ਕਿ ਸੈਨੇਟ ਕੀ ਹੈ ਤੇ ਇਹਦੇ ਵਿੱਚ ਕੀ ਰੋਲ ਹੁੰਦਾ, ਜਿਹੜੇ ਮੈਂਬਰਸ ਹੁੰਦੇ ਆ। ਸੰਧੂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। केवल 2 साल ਕੰਮ ਬੇਮਿਸਾਲ ਕਾਲੇ ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨਾਂ ਨੂੰ ਮਦਦ ਦੇ ਕੇ ਦਿੱਲੀ ਪਹੁੰਚਾਉਣ ਵਾਲੇ 24 ਘੰਟੇ ਲੰਗਰ, ਡਾਕਟਰ ਅਤੇ ਦਵਾਈਆਂ ਉਪਲਬਧ ਕਰਾਉਣ ਵਾਲੇ, ਮੋਬਾਈਲ ਰੈਨ ਬਸੇਰੇ ਤਿਆਰ ਕਰਾਉਣ ਵਾਲੇ, ਸਰਦੀ ਤੋਂ ਬਚਣ ਲਈ ਜ਼ਰੂਰੀ ਉਪਕਰਨ ਪ੍ਰਦਾਨ ਕਰਾਉਣ ਵਾਲੇ, ਨਾਜਾਇਜ਼ ਬੰਦ ਕੀਤੇ ਕਿਸਾਨਾਂ ਨੂੰ ਜੇਲ੍ਹਾਂ ਚੋਂ ਰਿਹਾ ਕਰਾਉਣ ਵਾਲੇ, ਸਿੱਖਾਂ ਦੇ ਹੌਸਲੇ ਬੁਲੰਦ ਕਰਾਉਣ ਵਾਲੇ ਨੌਜਵਾਨਾਂ ਦੀ ਟੀਮ ਦਾ ਸਾਥ ਦਿਵੋ। ਬਾਲਟੀ ਤੇ ਮੋਹਰ ਲਗਾਓ, ਨੌਜਵਾਨਾਂ ਨੂੰ ਮੁੜ ਸੇਵਾ ਲਾਓ। ਸਰ ਤੁਸੀਂ ਪਿਛਲੀ ਵਾਰ ਜਿਹੜੇ ਸੀਗੇ ਕੰਟੈਸਟ ਕੀਤਾ, ਤੁਸੀਂ ਸੈਨੇਟ ਮੈਂਬਰ ਰਹੇ ਹੁਣ ਤੱਕ ਤੇ ਹੁਣ ਦੁਬਾਰਾ ਤੁਸੀਂ ਕੰਟੈਸਟ ਕਰਨ ਜਾ ਰਹੇ ਹੋ ਤੇ ਪਹਿਲਾਂ ਤਾਂ ਇਹ ਦੱਸੋ ਕਿ ਜਿਹੜੀਆਂ ਇਸ ਵਾਰ ਜਿਹੜੀਆਂ ਚੋਣਾਂ ਨੇ ਖਾਸੀਆਂ ਲਟਕੀਆਂ, ਫਿਰ ਉਸ ਤੋਂ ਬਾਅਦ 2 ਵਾਰ ਮੁਲਤਵੀ ਹੋਣ ਤੋਂ ਬਾਅਦ ਹੁਣ ਹੋ ਰਹੀਆਂ ਨੇ, ਲੇਟ ਹੋਈਆਂ ਨੇ, ਇਹਦਾ ਕੀ ਅਸਰ ਪਏਗਾ ਇਲੈਕਸ਼ਨਸ ਦੇ ਉੱਤੇ ਜਾਂ ਜਿਹੜੀ ਯੂਨੀਵਰਸਿਟੀ ਦੀ ਜਿਹੜੀ ਕਾਰਵਾਈ ਹੈ ਉਹਦੇ ਤੇ ਕੀ ਅਸਰ ਪੈ ਸਕਦਾ? ਇੱਦਾਂ ਕਿ ਜਿਹੜੀਆਂ ਚੋਣਾਂ ਹੈਗੀਆਂ ਸਤੰਬਰ 2020 ਦੇ ਵਿੱਚ ਡਿਊ ਸੀਗੀਆਂ ਔਰ ਕਰੋਨਾ ਦੇ ਕਾਰਨ ਅਥਾਰਟੀਜ਼ ਨੇ ਕਿਹਾ ਕਿ ਅਸੀਂ ਜਿਹੜੀਆਂ ਚੋਣਾਂ ਨੂੰ ਕਰਵਾ ਨਹੀਂ ਸਕਦੇ ਹੈਗੇ। ਜਿਹੜੀ ਪਿਛਲੀ ਸੈਨੇਟ ਸੀਗੀ ਉਸ ਦੀ 30 ਅਕਤੂਬਰ ਤੱਕ ਟਰਮ ਸੀ, ਉਸ ਤੋਂ ਬਾਅਦ ਖਤਮ ਹੋ ਗਈ ਔਰ ਸਿੰਡੀਕੇਟ ਵੀ 31 ਦਸੰਬਰ ਤੱਕ ਹੀ ਸਾਡੇ ਕੋਲ ਸੀਗੇ। ਹੁਣ 1 ਜਨਵਰੀ ਤੋਂ ਲੈ ਕੇ ਕੋਈ ਵੀ ਗਵਰਨਿੰਗ ਬਾਡੀ ਨਹੀਂ ਹੈ, ਨਾ ਉਹ ਸਿੰਡੀਕੇਟ ਦੀ ਫਾਰਮ ਦੇ ਵਿੱਚ ਹੈ, ਨਾ ਹੀ ਉਹ ਸੈਨੇਟ ਦੀ ਫਾਰਮ ਦੇ ਵਿੱਚ ਹੈ, ਜਿਹੜੇ ਡੇ ਟੂ ਡੇ ਅਫੇਅਰਸ ਜਿਹੜੇ ਹੈਗੇ ਯੂਨੀਵਰਸਿਟੀ ਦੇ ਦੇਖ ਸਕੇ। ਸੋ ਬਹੁਤ ਸਾਰੇ ਜਿਹੜੇ ਸਾਡੇ ਸਟੂਡੈਂਟ ਹੈਗੇ ਆ, ਜਿਹੜੇ ਅੱਜ ਦੀ ਡੇਟ ਦੇ ਵਿੱਚ ਸਫਰਰ ਹੈਗੇ ਆ, ਚਾਹੇ ਉਹ ਮੀਨਸ PhD ਵਾਲੇ ਹੋਣ, ਚਾਹੇ ਦੂਸਰੇ ਸਟੂਡੈਂਟ ਹੋਣ, ਜਿਨ੍ਹਾਂ ਦੇ ਬਹੁਤ ਸਾਰਾ ਕੰਮ, ਕਿਸੇ ਦਾ ਐਨਰੋਲਮੈਂਟ ਹੈ, ਕਿਸੇ ਦੀ ਰਜਿਸਟ੍ਰੇਸ਼ਨ ਹੈ, ਕਿਸੇ ਨੇ ਥੀਸਿਸ ਸਬਮਿਟ ਕਰਨਾ ਹੈ, ਕਿਉਂਕਿ ਸੈਨੇਟ ਔਰ ਸਿੰਡੀਕੇਟ ਖਤਮ ਹੋਣ ਦੇ ਕਾਰਨ ਜਿਹੜੇ ਸਾਡੇ ਡੀਨ ਸੀਗੇ, ਚਾਹੇ ਮੀਨਸ ਡਿਫਰੈਂਟ ਸਾਡੇ ਡੀਨਸ ਹੁੰਦੇ ਆ, ਡੀਨ ਅਕੈਡੈਮਿਕਸ ਦੇ ਨਾਲ ਰਿਲੇਟਡ ਜਿਨ੍ਹਾਂ ਦਾ ਕੰਮ ਹੁੰਦਾ ਹੈ, ਜਿਨ੍ਹਾਂ ਦੇ ਹਰ ਇੱਕ ਡਾਕੂਮੈਂਟ ਦੇ ਉੱਪਰ ਸਾਈਨ ਹੁੰਦੇ ਜਦੋਂ ਬੱਚੇ ਨੇ ਮੰਨ ਲਓ ਥੀਸਿਸ ਸਬਮਿਟ ਕਰਨਾ ਹੈ, ਜਦੋਂ ਕੋਈ ਐਨਰੋਲਮੈਂਟ ਹੋਣੀ ਹੈ, ਕਦੋਂ ਕੋਈ ਰਜਿਸਟ੍ਰੇਸ਼ਨ ਹੋਣੀ ਹੈ, ਉਹਨਾਂ ਦੀ ਐਬਸੈਂਸ ਦੇ ਵਿੱਚ ਜਿਹੜੇ ਬੱਚੇ ਵੀ ਬਹੁਤ ਸਫਰ ਕੀਤੇ ਹੈ, ਕਿਉਂਕਿ ਉੱਥੇ ਕੋਈ ਸਿਗਨੇਟਰੀ ਜਿਹੜੀ ਹੈ, ਕੋਈ ਸਾਈਨ ਕਰਨ ਵਾਲੀ ਜਿਹੜੀ ਸਾਡੇ ਕੋਲ ਅਥਾਰਟੀ ਨਹੀਂ ਹੈਗੀ। ਜਿਹੜੀ ਡੇ ਟੂ ਡੇ ਜਿਹੜੀ ਸਾਡੀ ਮੀਨਸ ਲਾਈਕ ਦੇਖ ਰੇਖ ਕਰਦੀ ਸੀ ਜਿਹੜੀ ਗਵਰਨਿੰਗ ਬਾਡੀ, ਉਸ ਦੀ ਐਬਸੈਂਸ ਦੇ ਵਿੱਚ ਜਿਹੜਾ ਵਾਈਸ ਚਾਂਸਲਰ ਆਫਿਸ ਹੈ, 1 ਮੈਨ ਸ਼ੋਅ ਬਣ ਕੇ ਰਹਿ ਗਿਆ। ਜੋ ਵੀ ਉਹਨਾਂ ਦੇ ਦਿਲ ਦੇ ਵਿੱਚ ਆਇਆ, ਜੋ ਵੀ ਉਹਨਾਂ ਨੇ ਕਰਨਾ ਚਾਹਿਆ ਉਹੀ ਕੀਤਾ ਔਰ ਬਹੁਤ ਸਾਰੀਆਂ ਜਿਹੜੀਆਂ ਜਿਸ ਦੇ ਵਿੱਚ ਸੈਨੇਟ ਸਿੰਡੀਕੇਟ ਦੀ ਅਪਰੂਵਲ ਜ਼ਰੂਰਤ ਸੀ, ਜਿਨ੍ਹਾਂ ਇਸ਼ੂਜ਼ ਦੇ ਉੱਪਰ, ਜਿਨ੍ਹਾਂ ਦੇ ਰੈਗੂਲੇਸ਼ਨਸ ਦੇ ਉੱਪਰ, ਜਾਂ ਉਹ ਜਿਹੜੀ ਅਪਰੂਵਲ ਜਿਹੜੀ ਉਹ ਨਹੀਂ ਹੋ ਸਕੀ ਤੇ ਮੀਨਸ ਲਾਈਕ ਇਸ ਦੇ ਨਾਲ ਜਿਹੜੀਆਂ ਕੰਪਲਿਕੇਸ਼ਨਸ ਬਹੁਤ ਵਧੀਆਂ। ਸੋ ਕੰਪਲਿਕੇਸ਼ਨ ਵਧਣ ਦੇ ਨਾਲ ਜਿਹੜੇ ਸਾਡੇ ਟੀਚਰ ਦੀਆਂ ਮੰਨ ਲਓ ਪ੍ਰਮੋਸ਼ਨ ਸੀਗੀਆਂ, ਚਾਹੇ ਉਹ ਰਿਸਰਚ ਸਕਾਲਰ ਦੀ ਮੈਂ ਗੱਲ ਕੀਤੀ, ਜਾਂ ਸਾਡੇ ਐਗਜ਼ਾਮੀਨੇਸ਼ਨ ਸਿਸਟਮ ਦੇ ਵਿੱਚ ਵੀ ਬਹੁਤ ਸਾਰੇ ਫਲॉज ਰਹਿ ਗਏ। ਜੇ ਹੋ ਸਕਦਾ ਹੈ ਹਾਊਸ ਜਿਹੜਾ ਮੀਨਸ ਲਾਈਕ ਹੁੰਦਾ ਤੇ ਉੱਥੇ ਅਸੀਂ ਬਹੁਤ ਸਾਰੀ ਵਧੀਆ ਤਰੀਕੇ ਦੇ ਨਾਲ ਡਿਸਕਸ਼ਨ ਕਰਕੇ ਜੋ ਵੀ ਸਾਡੀਆਂ ਪ੍ਰੋਬਲਮ ਸੀਗੀਆਂ, ਚਾਹੇ ਕੋਵਿਡ ਦੇ ਰਿਲੇਟਡ, ਅਸੀਂ ਸਾਰੇ ਸਫਰ ਕੀਤੇ ਹੈ, ਅਸੀਂ ਇਹਨੂੰ ਹੋਰ ਵਧੀਆ ਤਰੀਕੇ ਦੇ ਨਾਲ, ਸੰਚਾਰੂ ਢੰਗ ਦੇ ਨਾਲ ਜਿਹੜਾ ਹੈਗਾ ਉਹਨੂੰ ਯੂਨੀਵਰਸਿਟੀ ਦਾ ਨਾਮ ਕਿਤੇ ਮੀਨਸ ਬਹੁਤ ਵਧੀਆ ਤਰੀਕੇ ਦੇ ਨਾਲ ਅਸੀਂ ਮੀਨਸ ਪੇਸ਼ ਕਰਦੇ ਔਰ ਸ਼ਾਇਦ ਉਸ ਨੂੰ ਅਸੀਂ ਯੂਨੀਵਰਸਿਟੀ ਜਿਹੜੀ ਲੀਡਿੰਗ ਯੂਨੀਵਰਸਿਟੀ ਰਹੀ ਹੈ ਸਾਰੇ ਰੀਜਨ ਦੀ, ਅੱਜ ਤੱਕ ਜਿੰਨੀਆਂ ਵੀ ਯੂਨੀਵਰਸਿਟੀਜ਼ ਹੈ, ਚਾਹੇ ਉਹ ਮੀਨਸ ਸਾਡੇ ਆਸ-ਪਾਸ ਨਾਰਥ ਇੰਡੀਆ ਦੀਆਂ ਖਾਸ ਕਰਕੇ ਜੇ ਮੈਂ ਕਹਾਂ ਤਾਂ ਉਹ ਪੰਜਾਬ ਯੂਨੀਵਰਸਿਟੀ ਦੇ ਮੂੰਹ ਵੱਲ ਦੇਖਦੀਆਂ ਸੀ ਕਿ ਪੰਜਾਬ ਯੂਨੀਵਰਸਿਟੀ ਕੀ ਕਰਦੀ ਹੈ ਔਰ ਪੰਜਾਬ ਯੂਨੀਵਰਸਿਟੀ ਨੂੰ ਹੀ ਫੋਲੋ ਕਰਦੀਆਂ ਰਹੀਆਂ। ਅੱਜ ਦੇ ਦਿਨ ਦੇ ਵਿੱਚ ਅਸੀਂ ਮੀਨਸ ਇਸ ਸਟੇਜ ਤੇ ਪਹੁੰਚ ਗਏ ਹਾਂ ਕਿ ਸਾਨੂੰ ਦੂਜੀਆਂ ਆਮ ਜਿਹੜੀਆਂ ਰੀਜਨਲ ਯੂਨੀਵਰਸਿਟੀਜ਼ ਆ ਉਹਨਾਂ ਨੂੰ ਫੋਲੋ ਕਰਨਾ ਪੈ ਰਿਹਾ ਕਿ ਉਹ ਯੂਨੀਵਰਸਿਟੀ ਕੀ ਕਰ ਰਹੀ ਹੈ। ਸੋ ਇਸ ਕਰਕੇ ਬਹੁਤ ਸਾਰੀ ਪਾਲਿਸੀਜ਼ ਮੈਟਰ ਜਿਹੜੀਆਂ ਹੈਗੀਆਂ ਉਹ ਮੀਨਸ ਲਾਈਕ ਸਸਪੈਂਡਡ ਰਹੀਆਂ, ਜਿਹੜੀਆਂ ਅੱਜ ਤੱਕ ਜਿਹੜੀਆਂ ਮੀਨਸ ਲਾਈਕ ਯੂਨੀਵਰਸਿਟੀ ਬਹੁਤ ਸਫਰ ਕੀਤੀ, ਉਸ ਦੇ ਵਿੱਚ ਹਰ ਤਰੀਕੇ ਦੇ ਨਾਲ ਸਫਰ ਕੀਤੀ ਹੈ ਔਰ ਮੈਨੂੰ ਲੱਗਦਾ ਕਿ ਕਾਫੀ ਲੰਬੇ ਟਾਈਮ ਜਿਹੜਾ ਲੱਗੇਗਾ ਸਾਨੂੰ ਅਸੀਂ ਵਾਪਸ ਜਿਹੜਾ ਉਹਨੂੰ ਨਾਰਮਲ ਸਟੇਜ ਤੇ ਲਿਆਉਣ ਵਾਸਤੇ। ਯੂਨੀਵਰਸਿਟੀ ਨੂੰ ਸਫਰ ਕਰਨਾ ਪਿਆ, ਤੁਸੀਂ ਇਹ ਕਿਹਾ ਤੇ ਬਹੁਤ ਸਾਰੇ ਸੈਨੇਟ ਮੈਂਬਰਸ ਵੱਲੋਂ ਵੀ, ਸਟੂਡੈਂਟਸ ਵੱਲੋਂ ਵੀ ਕਿਹਾ ਜਾਂਦਾ ਕਿ ਧੱਕੇਸ਼ਾਹੀ ਕਿਤੇ ਨਾ ਕਿਤੇ ਹੁੰਦੀ ਹੈ, ਜਿਹੜੀ ਉੱਤੇ ਸੱਤਾ ਦੇ ਵਿੱਚ ਜਿਹੜੇ ਬੈਠੇ ਨੇ ਲੋਕ। ਤੁਹਾਨੂੰ ਨਹੀਂ ਲੱਗਦਾ ਕਿ ਇਹ ਧੱਕੇਸ਼ਾਹੀ ਸੀ, ਕਰੋਨਾ ਦਾ ਹਵਾਲਾ ਦਿੱਤਾ ਗਿਆ ਜਿਹਦੇ ਚੱਲਦੇ ਇਹਨੂੰ ਖਿੱਚਿਆ ਗਿਆ ਜਿੰਨਾ ਹੋ ਸਕਿਆ ਚੋਣਾਂ ਨੂੰ? ਇੱਕ ਗੱਲ ਤਾਂ ਬੜੀ ਕਲੀਅਰ ਹੈ, ਜੇਕਰ ਅਸੀਂ ਥੋੜ੍ਹਾ ਜਿਹਾ ਪਿੱਛੇ ਜਾ ਕੇ ਦੇਖੀਏ ਕਿ ਇੰਡੀਆ ਦੇ ਵਿੱਚ ਜਿਹੜਾ ਵੀ ਇਲੈਕਸ਼ਨ ਡਿਊ ਸੀ, ਕਿਹੜਾ ਇਲੈਕਸ਼ਨ ਨਹੀਂ ਹੋਇਆ, ਚਾਹੇ ਉਹ ਰਾਜ ਸਭਾ ਦਾ ਹੋਵੇ, ਚਾਹੇ ਉਹ ਮੀਨਸ ਅਸੈਂਬਲੀ ਇਲੈਕਸ਼ਨਸ ਹੋਣ, ਕੋਈ ਇੱਦਾਂ ਦਾ, ਚਾਹੇ ਨਗਰ ਕੌਂਸਲ ਦੇ ਇਲੈਕਸ਼ਨ ਸਾਡੇ ਪੰਜਾਬ 'ਚ ਵੀ ਰੀਸੈਂਟਲੀ ਹੋਏ, ਕਿਹੜਾ ਇਲੈਕਸ਼ਨ ਹੈ ਜਿਹੜਾ ਇਲੈਕਸ਼ਨ ਨਹੀਂ ਹੋਇਆ। ਹਰ ਤਰ੍ਹਾਂ ਦਾ ਜੇਕਰ ਇਲੈਕਸ਼ਨ ਹੋ ਸਕਦਾ ਹੈ
ਤੇ ਪੰਜਾਬ ਯੂਨੀਵਰਸਿਟੀ ਸੈਨੇਟ ਦਾ ਇਲੈਕਸ਼ਨ ਕਿਉਂ ਨਹੀਂ ਹੋ ਸਕਦਾ? ਇਹ ਇੱਕ ਬੜਾ ਵੱਡਾ ਕੁਐਸਚਨ ਮਾਰਕ ਹੈ। ਸ਼ਾਇਦ ਇਸ ਦਾ ਜਵਾਬ ਤਾਂ ਕਿਸੇ ਦੇ ਕੋਲ ਵੀ ਨਹੀਂ ਹੈ ਕਿ ਜਿਹੜਾ ਪੰਜਾਬ ਯੂਨੀਵਰਸਿਟੀ ਦੇ ਸੈਨੇਟ ਦੇ ਇਲੈਕਸ਼ਨ ਨੂੰ ਹੀ ਕਰੋਨਾ ਦੀ ਸਭ ਤੋਂ ਵੱਡੀ ਮਾਰ ਪੈ ਸਕਦੀ ਹੈ। ਦੂਸਰੀਆਂ ਜਿੱਥੇ ਲੱਖਾਂ ਲੱਖਾਂ ਬੰਦਿਆਂ ਦੀਆਂ ਰੈਲੀਆਂ ਹੋ ਰਹੀਆਂ ਉੱਥੇ ਉਸ ਦੀ ਕਰੋਨਾ ਦੀ ਕੋਈ ਮਾਰ ਨਹੀਂ ਹੈ। ਇੱਥੇ ਤਾਂ ਇੱਕ ਬੜੀਆਂ ਸਾਡੀਆਂ ਲਿਮਿਟਿਡ ਜਿਹੀ ਕਨਸਟੀਚੁਐਂਸੀ ਹੈ। ਜਿਵੇਂ ਅਸੀਂ ਜੇ ਕਹਿੰਦੇ ਅਸੀਂ ਯੂਨੀਵਰਸਿਟੀ ਦੀ ਜਿਵੇਂ ਇਲੈਕਸ਼ਨ ਸਾਡੇ ਹੈਗੇ ਹੈ, ਇੱਥੇ ਕਿ 150 200 ਬੰਦਾ ਜਿਹੜਾ ਇੱਕ ਮੀਨਸ ਲਾਈਕ ਉਸ ਦੇ ਵਿੱਚ ਵੋਟਰ ਹੁੰਦਾ। ਟੀਚਰਸ ਜਿਹੜੇ ਹੈਗੇ ਤਕਰੀਬਨ ਮੈਂ ਮੀਨਸ ਲਾਈਕ ਸਾਡੇ ਕਾਲਜਿਸ ਦੀ ਗੱਲ ਕਰਾਂ ਤੇ 2400 ਦੇ ਆਸ-ਪਾਸ ਟੀਚਰ ਹੈ। 2400 ਟੀਚਰ ਸਾਰੇ ਪੰਜਾਬ ਦੇ ਵਿੱਚ ਉਸ ਦੇ ਜਿਹੜੇ ਬੂਥ ਉਹ ਸਪਰੈਡ ਹੋਏ ਹੁੰਦੇ ਆ। ਕੋਈ ਇਦਾਂ ਦਾ ਬੂਥ ਨਹੀਂ ਜਿੱਥੇ 100-150 ਤੋਂ ਜ਼ਿਆਦਾ ਟੀਚਰ ਜਿਹੜਾ ਵੋਟ ਕਾਸਟ ਕਰੇ। ਕੀ ਮੀਨਸ ਅਸੀਂ ਇਹਨਾਂ ਹਾਲਾਤਾਂ ਨੂੰ ਪ੍ਰੋਪਰ SOPs ਦੀ ਮੀਨਸ ਟੇਕ ਕੇਅਰ ਕਰਕੇ ਜਿੰਨੇ ਵੀ ਗਵਰਨਮੈਂਟ ਆਫ ਇੰਡੀਆ ਨੇ ਕਹੇ, ਚਾਹੇ ਪੰਜਾਬ ਗਵਰਨਮੈਂਟ ਨੇ ਕਹੇ, ਚਾਹੇ ਕਿਸੇ ਵੀ ਗਵਰਨਮੈਂਟ ਨੇ ਕਿਹਾ ਕਿ ਅਸੀਂ ਮੀਨਸ ਪ੍ਰੋਪਰ ਧਿਆਨ ਦੇ ਕੇ ਉਹਨਾਂ ਵੱਲ ਅਸੀਂ ਇਲੈਕਸ਼ਨ ਨਹੀਂ ਕਰਵਾ ਸਕਦੇ ਸੀ। ਮੈਨੂੰ ਲੱਗਦਾ ਕਿ ਅਸੀਂ ਇਲੈਕਸ਼ਨ ਕਰਵਾ ਸਕਦੇ ਸੀਗੇ। ਇੱਥੇ ਧਰਨੇ ਵੀ ਹੋਏ, ਰੈਲੀਆਂ ਵੀ ਹੋਏ ਔਰ ਇਹਨਾਂ ਧਰਨੇ ਰੈਲੀਆਂ ਦੇ ਵੀ ਜਿਹੜੇ ਬਹੁਤ ਲੋਕਾਂ ਨੂੰ ਜਿਹੜਾ ਹੈਗਾ ਉਹ ਸ਼ਿਰਕਤ ਕੀਤੀ, ਉਸ ਦਾ ਵੀ ਅਥਾਰਟੀਜ਼ ਦੇ ਉੱਪਰ ਕੋਈ ਜਿਹੜਾ ਅਸਰ ਨਹੀਂ ਹੋਇਆ। ਅਲਟੀਮੇਟਲੀ ਸਾਨੂੰ ਕੋਰਟ ਦਾ ਜਿਹੜਾ ਹੈ ਉਹ ਦਰਵਾਜ਼ਾ ਖੜਕਾਉਣਾ ਪਿਆ ਔਰ ਅਲਟੀਮੇਟਲੀ ਜਿਹੜਾ ਕੋਰਟ ਨੇ ਉਹ ਜਿਹੜਾ ਹੈਗਾ ਇਸ ਦੀ ਫੇਵਰ ਦੇ ਵਿੱਚ ਜਿਹੜਾ ਹੈਗਾ ਰੀਸੈਂਟਲੀ ਡਿਸੀਜਨ ਦਿੱਤਾ ਕਿ ਇਸ ਇਲੈਕਸ਼ਨ ਜਿਹੜਾ ਉਹ ਹੋਣਾ ਚਾਹੀਦਾ ਹੈ। ਸੰਧੂ ਸਾਹਿਬ 91 ਮੈਂਬਰ ਦੀ ਜਿਹੜੀ ਹੁੰਦੀ ਹੈ ਸੈਨੇਟ, ਤੇ ਇਹਦੇ ਵਿੱਚ ਕਿੰਨੀਆਂ ਕਨਸਟੀਟੂਐਂਸੀਜ਼ ਨੇ ਪਹਿਲਾਂ ਤਾਂ ਇਹ ਦੱਸੋ। ਫਿਰ ਜਿਹੜੀ ਤੁਹਾਡੇ ਜਿਹਦੇ ਤੋਂ ਤੁਸੀਂ ਕੰਟੈਸਟ ਕਰ ਰਹੇ ਹੋ ਜੇ ਅਸਿਸਟੈਂਟ ਪ੍ਰੋਫੈਸਰਸ ਆਫ ਡਿਗਰੀ ਕਾਲਜਸ, ਫਿਰ ਉਹਦੇ ਬਾਰੇ ਦੱਸੋ ਕਿ ਇਹਦੇ ਵਿੱਚ ਕੀ ਹੁੰਦਾ, ਕਿਹੜੇ ਕਿਹੜੇ ਮੁੱਦੇ ਚੱਕੇ ਜਾਂਦੇ ਆ, ਤੇ ਨਾਲ ਨਾਲ ਇਹ ਵੀ ਦੱਸੋ ਕਿ ਤੁਸੀਂ ਕਿਉਂਕਿ ਫਿਜ਼ਿਕਸ ਡਿਪਾਰਟਮੈਂਟ ਦੇ ਨਾਲ ਸੰਬੰਧ ਰੱਖਦੇ ਹੋ, ਤੁਸੀਂ ਕਿਹੜੇ ਕਿਹੜੇ ਮੁੱਦੇ ਚੱਕਣ ਜਾ ਰਹੇ ਹੋ? ਬ੍ਰਦਰ ਇੱਦਾਂ ਕਿ ਜਿਹੜੀਆਂ ਸਭ ਤੋਂ ਪਹਿਲਾਂ ਸਾਡੇ ਜਿਹੜੀਆਂ ਇਲੈਕਸ਼ਨਸ ਹੋਣੀਆਂ, ਜਿਵੇਂ ਤੁਸੀਂ ਮੀਨਸ ਹੁਣੇ ਕਿਹਾ ਕਿ 26 ਤਰੀਕ ਤੋਂ ਫੈਕਲਟੀਜ਼ ਦੀਆਂ ਇਲੈਕਸ਼ਨ ਹੋ ਰਹੀਆਂ। ਡਿਫਰੈਂਟ ਸਾਡੇ ਕੋਲ ਫੈਕਲਟੀਜ਼ ਯੂਨੀਵਰਸਿਟੀ ਦੇ ਵਿੱਚ ਅਵੇਲੇਬਲ ਹੈਗੀਆਂ ਔਰ ਹਰ ਇੱਕ ਫੈਕਲਟੀ ਤੋਂ ਕਿਸੇ ਤੋਂ 1, ਕਿਸੇ ਤੋਂ 2 ਜਾਂ ਕਿਸੇ ਤੋਂ 3 ਮੀਨਸ ਲਾਈਕ ਜਿਹੜੇ ਸੈਨੇਟ ਮੈਂਬਰ ਜਿਹੜੇ ਇਲੈਕਟ ਹੁੰਦੇ ਆ। ਉਸ ਤੋਂ ਬਾਅਦ ਯੂਨੀਵਰਸਿਟੀ ਕੈਂਪਸ ਦੇ ਵਿੱਚ ਪ੍ਰੋਫੈਸਰਸ ਦੇ ਵਿੱਚੋਂ ਸੈਨੇਟ ਮੈਂਬਰ ਇਲੈਕਟ ਹੁੰਦੇ ਆ। ਉਸ ਤੋਂ ਬਾਅਦ ਅਸਿਸਟੈਂਟ ਐਂਡ ਐਸੋਸੀਏਟ ਪ੍ਰੋਫੈਸਰ ਯੂਨੀਵਰਸਿਟੀ ਕੈਂਪਸ ਤੋਂ ਹੀ ਜਿਹੜੇ ਆ ਟੀਚਰਸ ਜਿਹੜੇ ਇਲੈਕਟ ਹੁੰਦੇ ਆ। ਉਸ ਤੋਂ ਬਾਅਦ ਪ੍ਰੋਫੈਸ਼ਨਲ ਕਾਲਜਿਸ ਜਿਨ੍ਹਾਂ ਦੇ ਵਿੱਚ ਮੈਡੀਕਲ ਕਾਲਜਿਸ ਨੇ, B.Ed ਕਾਲਜਿਸ ਨੇ, ਹੋਮ ਸਾਇੰਸ ਕਾਲਜਿਸ, ਇੱਦਾਂ ਦੇ ਆਰਟਸ ਕਾਲਜ ਜਿੱਦਾਂ ਹੈਗਾ। ਤੋ ਸਾਰੇ ਇਹ ਜਿਹੜੇ ਕਾਲਜਿਸ ਇਹਨਾਂ ਦੀ ਇੱਕ ਕੰਸਟੀਚੁਐਂਸੀ ਹੈ ਪ੍ਰੋਫੈਸ਼ਨਲ ਕਾਲਜਿਸ। ਉੱਥੋਂ ਦੇ ਟੀਚਰਸ 3 ਟੀਚਰ ਇਲੈਕਟ ਹੁੰਦੇ ਆ ਔਰ 3 ਪ੍ਰਿੰਸੀਪਲ ਵੀ ਉੱਥੋਂ ਇਹਨਾਂ ਕਾਲਜਿਸ ਤੋਂ ਇਲੈਕਟ ਹੁੰਦੇ ਆ। ਉਸ ਤੋਂ ਬਾਅਦ ਜਿਹੜੀ ਕੰਸਟੀਚੁਐਂਸੀ ਮੈਂ ਤੁਹਾਨੂੰ ਦੱਸਿਆ ਕਿ ਜਿਹੜੇ ਡਿਗਰੀ ਕਾਲਜਿਸ ਹੈ ਜਿਸ ਤੋਂ ਮੈਂ ਕੰਟੈਸਟ ਕਰਦਾ, ਇਸ ਕੰਸਟੀਚੁਐਂਸੀ ਤੋਂ ਅਸੀਂ 8 ਟੀਚਰ ਰਿਪਰੈਜ਼ੈਂਟੇਟਿਵ ਇਲੈਕਟ ਹੁੰਦੇ ਆ ਔਰ 8 ਪ੍ਰਿੰਸੀਪਲਸ ਵੀ ਇਲੈਕਟ ਹੁੰਦੇ ਆ ਸੇਮ ਕਾਲਜਿਸ ਤੋਂ। ਤੋ ਮੀਨਸ ਉਸ ਤੋਂ ਬਾਅਦ ਜਿਹੜੀ ਮੀਨਸ ਲਾਈਕ ਇੱਕ ਹੋਰ ਸਾਡੇ ਕੋਲ ਇੰਪੋਰਟੈਂਟ ਕੰਸਟੀਚੁਐਂਸੀ ਉਹ ਗ੍ਰੈਜੂਏਟ ਕੰਸਟੀਚੁਐਂਸੀ ਜਿਹਨੂੰ ਅਸੀਂ ਕਹਿੰਦੇ ਹਾਂ। ਉਸ ਦੇ ਵਿੱਚੋਂ 15 ਮੈਂਬਰ ਇਲੈਕਟ ਹੁੰਦੇ ਆ ਔਰ ਉਸ ਦੇ ਵਿੱਚ ਕੋਈ ਵੀ ਪੰਜਾਬ ਯੂਨੀਵਰਸਿਟੀ ਕੈਂਪਸ ਤੋਂ ਜਾਂ ਐਫੀਲੀਏਟਿਡ ਕਾਲਜਿਸ ਤੋਂ ਕੋਈ ਗ੍ਰੈਜੂਏਟ ਹੈ ਜਾਂ ਪੋਸਟ ਗ੍ਰੈਜੂਏਟ ਹੈ ਉਹ ਉਸ ਦੇ ਵਿੱਚ ਮੀਨਸ ਵੋਟਰ ਹੁੰਦਾ ਔਰ ਉਸ ਦੇ ਵੀ ਜਿਹੜੇ ਪੋਲਿੰਗ ਬੂਥਸ ਤਕਰੀਬਨ 5 ਸਟੇਟਸ ਦੇ ਵਿੱਚ ਸਪਰੈਡ ਹੋਏ ਹੁੰਦੇ ਆ, ਜਿਨ੍ਹਾਂ ਦੇ ਵਿੱਚੋਂ ਹਿਮਾਚਲ, ਪੰਜਾਬ, ਉੱਤਰਾਖੰਡ, ਦਿੱਲੀ ਵਗੈਰਾ ਜਿਹੜੇ ਇੰਪੋਰਟੈਂਟ ਉਸ ਦੇ ਵਿੱਚ ਹੈਗੇ ਆ। ਐਂਡ ਜੇਕਰ ਅਸੀਂ ਇਸ਼ੂਜ਼ ਦੀ ਗੱਲ ਕਰੀਏ ਤਾਂ ਇਸ਼ੂਜ਼ ਸਾਡੇ ਕੋਲ ਬਹੁਤ ਇਸ਼ੂਜ਼ ਹੈ ਰਾਈਟ। ਔਰ ਮੈਂ ਇੱਕ ਗੱਲ ਹੋਰ ਜਿਹੜੀ ਉਹ ਕਹਿਣੀ ਚਾਹਾਂਗਾ ਕਿ ਇਹ ਜਿਹੜੀ ਯੂਨੀਵਰਸਿਟੀ ਹੈ ਅਸੀਂ ਮੀਨਸ ਹਮੇਸ਼ਾ ਗੱਲ ਕਰਦੇ ਕਿ ਹੈਰੀਟੇਜ ਔਰ ਜਿਹੜਾ ਇਹ ਯੂਨੀਵਰਸਿਟੀ ਦਾ ਸਿਸਟਮ ਹੈ ਉਹ ਵਾਕਿਆ ਹੀ ਹੈਰੀਟੇਜ ਹੈ ਰਾਈਟ। ਅਸੀਂ ਇਹ ਗੱਲ ਕਹਿੰਦੇ ਕਿ ਸਾਨੂੰ ਹੈਰੀਟੇਜ ਨੂੰ ਬਚਾਉਣਾ ਚਾਹੀਦਾ। ਮੈਂ ਕਹਿੰਦਾ ਸਾਨੂੰ ਯੂਨੀਵਰਸਿਟੀ ਦੇ ਇਸ ਸਿਸਟਮ ਨੂੰ ਬਚਾਉਣਾ ਚਾਹੀਦਾ। ਜੇਕਰ ਅਸੀਂ ਇਸ ਸਿਸਟਮ ਨੂੰ ਬਚਾਉਣ ਦੇ ਵਿੱਚ ਸਕਸੈਸਫੁਲ ਹੋ ਜਾਂਦੇ ਹਾਂ ਤਾਂ ਇਟ ਮੀਨਸ ਜਿਹੜੀ ਹੈਰੀਟੇਜ ਹੈ ਇਸ ਯੂਨੀਵਰਸਿਟੀ ਦੀ ਅਸੀਂ ਉਸ ਨੂੰ ਬਚਾਉਣ ਦੇ ਵਿੱਚ ਜਿਹੜੇ ਉਹ ਸਕਸੈਸਫੁਲ ਹੋਵਾਂਗੇ। ਸਾਰੀ ਦੁਨੀਆ ਨੂੰ ਅਸੀਂ ਇਹ ਦਿਖਾ ਸਕਦੇ ਹਾਂ ਕਿ ਇੱਕ ਡੈਮੋਕ੍ਰੈਟਿਕ ਸੈਟਅਪ ਦੇ ਵਿੱਚ ਵੀ ਐਡੀ ਵੱਡੀ ਇੰਸਟੀਟਿਊਸ਼ਨ ਜਿਹੜੀ ਉਹ ਕਿੱਦਾਂ ਚੱਲ ਸਕਦੀ ਹੈ, ਜਿੱਥੇ ਹਰ ਇੱਕ ਸਟੇਕ ਹੋਲਡਰ, ਚਾਹੇ ਉਹ ਸਟੂਡੈਂਟ ਹੈ, ਚਾਹੇ ਉਹ ਟੀਚਰ ਹੈ, ਚਾਹੇ ਉਹ ਪ੍ਰਿੰਸੀਪਲ ਹੈ, ਚਾਹੇ ਉਹ ਮੈਨੇਜਮੈਂਟਸ ਨੇ, ਉਹ ਕਿਸੇ ਨਾ ਕਿਸੇ ਡਾਇਰੈਕਟਲੀ ਜਾਂ ਇਨਡਾਇਰੈਕਟਲੀ ਫਾਰਮ ਦੇ ਵਿੱਚ ਉਹਨਾਂ ਦਾ ਜਿਹੜਾ ਇੱਥੇ ਰਿਪਰੈਜ਼ੈਂਟੇਟਿਵ ਬੈਠਾ ਹੋਇਆ ਹੈ। ਜਦੋਂ ਕੋਈ ਅਥਾਰਟੀ ਮੰਨ ਲਓ ਜੇ ਇੱਥੇ ਸੈਨੇਟ ਜਿਹੜੀ ਉਹ ਐਗਜ਼ਿਸਟ ਨਹੀਂ ਕਰਦੀ, ਲੈਟ ਅਸ ਸੇ ਫਾਰ ਐਗਜ਼ਾਮਪਲ ਜਿਹੜੀ ਅਥਾਰਟੀ ਇੱਥੇ ਬੈਠੀ ਹੋਈ ਹੈ ਉਹਨਾਂ ਕੋਲ ਗ੍ਰਾਸ ਰੂਟ ਲੈਵਲ ਦੀਆਂ ਜਿਹੜੇ ਇਸ਼ੂਜ਼ ਨੇ ਉਹ ਕਿੱਦਾਂ ਆਉਣਗੇ। ਹਾਲਾਂਕਿ ਅੱਜ ਵੀ ਇਹ ਨਹੀਂ ਹੈ ਕਿ ਮੀਨਸ ਲਾਈਕ ਜਿਹੜੇ ਸਾਡੇ ਇਸ਼ੂਜ਼ ਖਤਮ ਹੋ ਗਏ, ਇਸ਼ੂ ਬਹੁਤ ਜ਼ਿਆਦਾ ਹੈ ਔਰ ਪਿਛਲੇ ਟਾਈਮ ਦੇ ਵਿੱਚ ਜੇਕਰ ਮੈਂ ਕਹਾਂ ਤਾਂ ਸਾਡੇ ਕੋਲ ਬਹੁਤ ਹੀ ਇਸ਼ੂਜ਼ ਕੰਪਲੀਕੇਟ ਹੋਏ ਹੈ। ਮੈਂ ਜੇਕਰ ਟੀਚਰਸ ਦੀ ਗੱਲ ਕਰਾਂ, ਟੀਚਰਸ ਤੋਂ ਪਹਿਲਾਂ ਮੈਂ ਕੁਆਲਿਟੀ ਐਜੂਕੇਸ਼ਨ ਦੀ ਗੱਲ ਕਰਨਾ ਚਾਹਾਂਗਾ ਕਿਉਂਕਿ ਮੇਨ ਪਰਪਸ ਜਿਹੜਾ ਐਜੂਕੇਸ਼ਨਲ ਇੰਸਟੀਚਿਊਟ ਯੂਨੀਵਰਸਿਟੀ ਦਾ ਹੈ ਜਾਂ ਕਾਲਜਿਸ ਦਾ ਹੈ ਉਹ ਕੁਆਲਿਟੀ ਜਿਹੜੀ ਹੈਗੀ ਅਸੀਂ ਐਜੂਕੇਸ਼ਨ ਪ੍ਰੋਵਾਈਡ ਕਰਨੀ ਹੈ। ਯੂਨੀਵਰਸਿਟੀ ਬੀਇੰਗ ਦੀ ਕਸਟੋਡੀਅਨ ਅਸੀਂ ਉਸ 'ਤੇ ਟੇਕ ਕੇ ਕਰਨਾ ਕਿ ਕਿਤੇ ਕੋਈ ਡਿਲਿਊਟ ਤਾਂ ਨਹੀਂ ਹੋ ਰਿਹਾ, ਕੋਈ ਕੁਆਲਿਟੀ ਡਿਲਿਊਟ ਤਾਂ ਨਹੀਂ ਹੋ ਰਹੀ, ਤਾਂ ਕਿ ਜਿਹੜੇ ਬੱਚਿਆਂ ਨੂੰ ਅਸੀਂ ਅੱਜ ਪੜ੍ਹਾ ਰਹੇ ਹਾਂ ਉਹ ਕੱਲ੍ਹ ਨੂੰ ਸਾਡੀ ਕੰਟਰੀ ਨੂੰ ਸਰਵ ਕਰ ਸਕਣ, ਬੈਟਰ ਵਧੀਆ ਤਰੀਕੇ ਦੇ ਨਾਲ ਸਰਵ ਕਰ ਸਕਣ। ਜੇਕਰ ਉਹਨਾਂ ਦੇ ਵਿੱਚ ਕੁਆਲਿਟੀ ਹੋਏਗੀ, ਕੈਲੀਬਰ ਹੋਏਗਾ, ਉਹ ਤਾਂ ਹੀ ਸਰਵ ਕਰ ਪਾਉਣਗੇ। ਜੇਕਰ ਬਹੁਤ ਸਾਰੇ ਕਾਲਜਿਸ ਦੇ ਵਿੱਚ
ਜਿਹੜੇ ਟੀਚਰ, ਔਰ ਮੈਂ ਜਿਹੜਾ ਕੁਆਲਿਟੀ ਨੂੰ ਇੱਕ ਹੋਰ ਗੱਲ ਦੇ ਨਾਲ ਜੋੜਨਾ ਚਾਹੁੰਦਾ ਕਿ ਜਿੰਨਾ ਚਿਰ ਟੀਚਰ ਸੈਟੀਸਫਾਈ ਨਹੀਂ ਹੋਏਗਾ ਆਪਣੀ ਜੌਬ ਤੋਂ, ਆਪਣਾ ਸਾਰੇ ਸਿਸਟਮ ਤੋਂ, ਉਹਨਾਂ ਚਿਰ ਉਹ ਕੁਆਲਿਟੀ ਐਜੂਕੇਸ਼ਨ ਪ੍ਰੋਵਾਈਡ ਨਹੀਂ ਕਰ ਸਕਦਾ। ਸੋ ਤੁਹਾਨੂੰ ਲੱਗਦਾ ਹੈ ਕਿ ਕਿਉਂਕਿ ਚੋਣਾਂ ਤੋਂ ਥੋੜਾ ਹਟ ਕੇ ਸਵਾਲ ਹੈ ਕਿ ਕਿਉਂਕਿ ਜਦੋਂ ਤੋਂ ਜਿਹੜੀ ਮਹਾਮਾਰੀ ਸ਼ੁਰੂ ਹੋ ਗਈ ਸੀਗੀ ਤੇ ਜਿਹੜੀ ਆਫਲਾਈਨ ਜਿਹੜਾ ਮੋਡ ਸੀ, ਕਲਾਸਾਂ ਜਿਹੜੀਆਂ ਉਹ ਬੰਦ ਕਰ ਦਿੱਤੀਆਂ ਗਈਆਂ, ਉਦੋਂ ਤੋਂ ਆਨਲਾਈਨ ਚੱਲ ਰਿਹਾ ਹੈ। ਇਹ ਪੀਕ ਜਿਹੜਾ ਟਾਈਮ ਹੁੰਦਾ ਸਟੂਡੈਂਟਸ ਦਾ, 골ਡਨ ਟਾਈਮ ਹੁੰਦਾ, ਇੱਥੋਂ ਜਿਹੜਾ ਬੇਸ ਬਣਨਾ, ਅੱਗੇ ਜਾ ਕੇ ਬੱਚਿਆਂ ਨੇ ਫਿਰ ਜਿਹੜਾ ਪ੍ਰੋਫੈਸ਼ਨ ਚੂਜ਼ ਕਰਨੇ ਨੇ। ਜਿਵੇਂ ਕਿ ਤੁਸੀਂ ਟੀਚਰਸ ਦੀ ਗੱਲ ਕਰ ਰਹੇ ਹੋ, ਤੁਹਾਨੂੰ ਨਹੀਂ ਲੱਗਦਾ ਕਿ ਟੀਚਰਸ ਸੈਟੀਸਫਾਈਡ ਨੇ ਆਨਲਾਈਨ ਪੜ੍ਹਾ ਕੇ, ਜਾਂ ਕਿਤੇ ਨਾ ਕਿਤੇ ਉਹਨਾਂ ਨੂੰ ਵੀ ਕਮੀ ਖਲ ਰਹੀ ਹੈ? ਮੈਂ ਆਨਲਾਈਨ ਦਾ ਵੀ ਜਿਹੜਾ ਇਸ਼ੂ ਹੈ ਸਾਡੇ ਵਿੱਚ ਇੰਪੋਰਟੈਂਟ ਰਿਹਾ ਕਿ ਜਦੋਂ ਇੱਕਦਮ ਸਾਡੇ ਕੋਲ ਲੋਕਡਾਊਨ ਹੋ ਗਿਆ, ਅਸੀਂ ਮੀਨਸ ਇਸ ਤਰ੍ਹਾਂ ਦੇ ਇਨਫਰਾਸਟ੍ਰਕਚਰ ਦੇ ਨਾਲ ਮੀਨਸ ਸਾਡੇ ਕੋਲ ਨਹੀਂ ਸੀਗਾ ਕਿ ਅਸੀਂ ਬਿਲਕੁਲ ਜਿਹੜਾ ਹੈ ਇੱਕਦਮ ਆਨਲਾਈਨ ਹੋ ਪਾਉਂਦੇ, ਕਿਉਂਕਿ ਆਨਲਾਈਨ ਵਾਸਤੇ ਵੀ ਜੇਕਰ ਅਸੀਂ ਪ੍ਰੋਪਰ ਡਿਲੀਵਰੀ ਕਰਨੀ ਹੈ, ਸਾਡੇ ਕੋਲ ਪ੍ਰੋਪਰ ਟੈਬਸ ਚਾਹੀਦੀਆਂ, ਲੈਪਟਾਪਸ ਚਾਹੀਦੇ ਹੈ, ਪ੍ਰੋਪਰ ਨੈਟਵਰਕ ਵੀ ਚਾਹੀਦਾ ਹੈ, ਇੰਟਰਨੈਟ ਦਾ ਵੀ। ਬਹੁਤ ਸਾਰੇ ਏਰੀਆਜ਼ ਪੰਜਾਬ ਦੇ ਵਿੱਚ ਵੀ ਇਦਾਂ ਦੇ ਹੈਗੇ, ਸਾਨੂੰ ਸਾਰਿਆਂ ਨੂੰ ਪਤਾ ਕਿ ਜਿੱਥੇ ਨੈਟਵਰਕ ਦੀ ਬਹੁਤ ਜ਼ਿਆਦਾ ਵੱਡੇ ਇਸ਼ੂਜ਼ ਹੈਗੇ ਆ, ਬਹੁਤ ਵੱਡੀਆਂ ਪ੍ਰੋਬਲਮਸ ਹੈ। ਔਰ ਸ਼ੁਰੂ ਦੇ ਵਿੱਚ ਖਾਸ ਕਰਕੇ ਸਾਡੇ ਕੋਲ ਬੱਚਿਆਂ ਦੀ ਬਹੁਤ ਜ਼ਿਆਦਾ ਕੰਪਲੇਂਟ ਆਉਂਦੀ ਰਹੀ ਕਿ ਸਾਡੇ ਕੋਲ ਨੈਟਵਰਕ ਦੀ ਪ੍ਰੋਬਲਮ ਹੋਣ ਕਰਕੇ ਜਿਹੜੀ ਕਲਾਸ ਨੂੰ ਅਸੀਂ ਜਿਹੜਾ ਹੈਗਾ ਪ੍ਰੋਪਰ ਅਟੈਂਡ ਨਹੀਂ ਕਰ ਸਕਦੇ। ਪਰ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਹਰ ਇੱਕ ਟੀਚਰ ਨੇ, ਜਿੰਨੇ ਵੀ ਟੀਚਰ ਹੈ, ਚਾਹੇ ਕਿਸੇ ਕਾਲਜ ਦੇ ਵਿੱਚ ਟੀਚ ਕਰ ਰਿਹਾ, ਚਾਹੇ ਉਹ ਯੂਨੀਵਰਸਿਟੀਜ਼ ਦੇ ਵਿੱਚ ਟੀਚ ਕਰ ਰਿਹਾ, ਉਹਨਾਂ ਨੇ ਦਿਨ ਰਾਤ ਮਿਹਨਤ ਕਰਕੇ ਜਿਹੜਾ ਹੈਗਾ ਉਹ ਸਿਸਟਮ ਨੂੰ ਆਨਲਾਈਨ ਦੇ ਵਿੱਚ ਜਿਹੜਾ ਅਸੀਂ ਸ਼ਿਫਟ ਹੋਏ, PPTs ਬਣਾਈਆਂ, ਠੀਕ ਹੈ, ਉਸ ਸਿਸਟਮ ਦੇ ਵਿੱਚ ਜਿਵੇਂ ਵੀ ਅਸੀਂ ਅਰੇਂਜ ਕਰ ਸਕਦੇ ਸੀ, ਜਿਹੜੇ ਇੰਸਟਰੂਮੈਂਟਸ ਜਾਂ ਜਿਹੜੇ ਸਾਨੂੰ ਚੀਜ਼ਾਂ ਚਾਹੀਦੀਆਂ ਉਹ ਅਸੀਂ ਅਰੇਂਜ ਕੀਤੀਆਂ। ਸੋ ਇੱਕਦਮ ਜੋ ਸ਼ਿਫਟ ਕਰਨਾ ਹੁੰਦਾ ਸਾਨੂੰ ਆਫਕੋਰਸ ਸਾਨੂੰ ਮਿਹਨਤ ਕਰਨੀ ਪੈਂਦੀ। ਔਰ ਮੈਂ ਇਸ ਗੱਲ ਦੀ ਦਾਤ ਦਿੰਦਾ ਕਿ ਸਾਡੇ ਟੀਚਰ ਸਾਹਿਬਾਨ ਨੇ ਦਿਨ ਰਾਤ ਮਿਹਨਤ ਕਰਨ ਤੋਂ ਬਾਅਦ ਅਸੀਂ ਬੱਚਿਆਂ ਦਾ ਨੁਕਸਾਨ ਨਹੀਂ ਹੋਣ ਦਿੱਤਾ। ਜੋ ਵੀ ਅਸੀਂ ਕਰਵਾ ਸਕਦੇ ਸੀ, ਰਿਵੀਜ਼ਨ ਵੀ ਕਰਵਾਈ, ਪ੍ਰੋਪਰ ਸਿਲੇਬਸ ਵੀ ਕਰਵਾਇਆ, 2-2 3-3 ਵਾਰ ਵੀ ਕਰਵਾਇਆ, ਔਰ ਬੱਚਿਆਂ ਦਾ ਅਸੀਂ ਨੁਕਸਾਨ ਨਹੀਂ ਹੋਣ ਦਿੱਤਾ। ਉਸ ਦੇ ਵਿੱਚ ਅਸੀਂ ਮਿਹਨਤ ਕੀਤੀ। ਜਿਵੇਂ ਤੁਸੀਂ ਇਨ ਕੰਟੀਨਿਊਸ਼ਨ ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹਾਂਗਾ ਕਿ ਜਿਵੇਂ ਇੱਕ ਟੀਚਰ ਦੀ ਸੈਟੀਸਫੈਕਸ਼ਨ ਦੀ ਗੱਲ ਹੋਈ ਸੀ, ਕਿਉਂਕਿ ਮੈਂ ਵੀ ਟੀਚਰ ਨੂੰ ਰਿਪਰੈਜ਼ੈਂਟ ਕਰਦਾ, ਸਿੰਡੀਕੇਟ ਦੇ ਵਿੱਚ ਵੀ ਰਿਹਾ, ਸੈਨੇਟ ਦੇ ਵਿੱਚ ਵੀ ਰਿਹਾ, ਔਰ ਇਹ ਜਿਹੜੇ ਇਸ਼ੂਜ਼ ਹੈ ਮੈਂ ਉੱਥੇ ਬਾਰ-ਬਾਰ ਉਠਾਏ, ਔਰ ਕੁਝ ਕੁ ਇਸ਼ੂਜ਼ ਨੂੰ ਅਸੀਂ ਜਿਹੜਾ ਹੋਗਾ ਉਹ ਕਲਿੰਚ ਕਰਨ ਦੇ ਵਿੱਚ ਵੀ ਸਕਸੈਸਫੁਲ ਰਹੇ ਹਾਂ। ਬਟ ਅੱਜ ਦੀ ਡੇਟ ਦੇ ਵਿੱਚ ਵੀ ਬਹੁਤ ਸਾਰੇ ਇਸ਼ੂਜ਼ ਨੇ ਜਿਨ੍ਹਾਂ ਨੂੰ ਕਲਿੰਚ ਕਰਨਾ ਬਾਕੀ ਹੈ। ਔਰ ਜੇਕਰ ਉੱਪਰ ਵਾਲੇ ਦੀ ਗ੍ਰੇਸ ਦੇ ਨਾਲ ਦੁਬਾਰਾ ਇਲੈਕਟ ਹੋਏ ਤੇ ਕੋਸ਼ਿਸ਼ ਰਹੇਗੀ ਕਿ ਜਿਹੜੇ ਟੀਚਰਸ ਦੀ ਇਸ਼ੂ ਹੈ ਔਰ ਜੇ ਉਹਨਾਂ ਨੂੰ ਪ੍ਰਾਇੋਰਟੀ 'ਤੇ ਅਸੀਂ ਲਈਏ। ਕੁਝ ਕੁ ਇਸ਼ੂਜ਼ ਮੈਂ ਜ਼ਰੂਰ ਕਹਿਣਾ ਚਾਹਾਂਗਾ, ਔਰ ਤੁਹਾਡੇ ਚੈਨਲ ਦੇ ਥਰੂ ਮੈਂ ਮੀਨਸ ਲਾਈਕ ਜਿਹੜਾ ਗਵਰਨਮੈਂਟ ਦੇ ਤੱਕ ਵੀ ਇਹ ਗੱਲ ਪਹੁੰਚਾਉਣੀ ਚਾਹਾਂਗਾ ਕਿ ਮੀਨਸ ਸਾਡੇ ਇਸ਼ੂਜ਼ ਕੀ ਹੈਗੇ। ਸਭ ਤੋਂ ਪਹਿਲਾਂ ਜੇਕਰ ਮੈਂ ਇਸ਼ੂਜ਼ ਕਹਾਂ ਕਿ ਜਿਹੜਾ ਸਾਡਾ UGC ਪੇ ਸਕੇਲ ਹੈ, ਜਿੱਥੇ ਅਨਐਡਿਡ ਕਾਲਜਿਸ ਨੇ, ਅਨਐਡਿਡ ਪੋਸਟਾਂ 'ਤੇ ਸਾਡੇ ਟੀਚਰਸ ਜਿਹੜੇ ਸਾਹਿਬਾਨ ਨੇ ਉਹਨਾਂ ਨੂੰ ਪ੍ਰੋਪਰ ਸਕੇਲ ਨਹੀਂ ਮਿਲ ਰਿਹਾ। ਉਹਨਾਂ ਨੂੰ ਇੱਕ ਲਮਸਮ ਅਮਾਊਂਟ ਦਿੱਤੀ ਜਾਂਦੀ ਹੈ ਕਿ ਇਰਰਿਸਪੈਕਟਿਵ ਆਫ ਸਕੇਲ ਕਿੰਨਾ ਹੈ, DA ਕਿੰਨਾ ਹੈ, ਉਹ ਸਾਰੀ ਚੀਜ਼ਾਂ ਤੋਂ ਹਟ ਕੇ। ਤੇ UGC ਤਾਂ ਇਹ ਕਹਿੰਦੀ, ਕਿਉਂਕਿ ਅਸੀਂ UGC ਨੂੰ ਫੋਲੋ ਕਰਨਾ ਕਿ ਜਿਹੜਾ ਟੀਚਰ ਨੂੰ ਪ੍ਰੋਪਰ ਪੇ ਸਕੇਲ ਜਿਹੜਾ ਉਹ ਮਿਲਣਾ ਚਾਹੀਦਾ। ਸੋ ਸਭ ਤੋਂ ਵੱਡੀ ਜਿਹੜੀ ਪਹਿਲੀ ਗੱਲ ਹੈ ਉਹ ਪ੍ਰੋਪਰ ਪੇ ਸਕੇਲ ਦੀ ਹੈ। ਸੈਕੰਡ ਹੈਗੀ ਹੈ ਸਾਡੀ ਇਨਕਰੀਮੈਂਟਸ ਹੋ ਗਈਆਂ, ਕੈਸ਼ ਪ੍ਰਮੋਸ਼ਨਸ ਹੋ ਗਈਆਂ। ਬਹੁਤ ਸਾਰੇ ਕਾਲਜਿਸ ਜਿਹੜੇ ਅਨਐਡਿਡ ਕਾਲਜਿਸ ਨੇ ਉੱਥੇ ਜਿਹੜੀ ਕੈਸ਼ ਪ੍ਰਮੋਸ਼ਨ ਨਹੀਂ ਹੋ ਰਹੀ। ਅਸਿਸਟੈਂਟ ਪ੍ਰੋਫੈਸਰ ਹੀ ਇੱਕ ਟੀਚਰ ਜਿਹੜਾ ਅਪਾਇੰਟ ਹੁੰਦਾ, ਔਰ ਅਸਿਸਟੈਂਟ ਪ੍ਰੋਫੈਸਰ ਹੀ ਉਹ ਰਿਟਾਇਰ ਹੋ ਜਾਂਦਾ ਹੈ, ਔਰ ਆਲਮੋਸਟ ਸੇਮ ਪੇ ਬੈਂਡ ਦੇ ਵਿੱਚ, ਉਸ ਦੇ ਵਿੱਚ ਕੋਈ ਜ਼ਿਆਦਾ ਐਨਹਾਂਸਮੈਂਟ ਨਹੀਂ ਹੁੰਦੀ ਉਸ ਦੇ ਵਿੱਚ, ਜਾਂ HRAs ਨਹੀਂ ਮਿਲ ਰਹੇ। ਔਰ ਉਸ ਤੋਂ ਵੀ ਜਿਹੜੀ ਸਭ ਤੋਂ ਵੱਡੀ ਇੰਪੋਰਟੈਂਟ ਗੱਲ ਹੈ, ਯੂਨੀਵਰਸਿਟੀ ਨੇ ਕਾਲਜਿਸ ਨੂੰ ਅਲਾਓ ਕੀਤਾ ਹੋਇਆ ਕਿ ਤੁਸੀਂ ਅਰਾਊਂਡ 2100 ਰੁਪੀਜ਼ ਅਸੀਂ ਪਰ ਸਟੂਡੈਂਟ ਪਰ ਈਅਰ ਜਿਹੜਾ ਹੈ ਲੈਂਦੇ ਹਾਂ, ਔਰ ਉਸ ਅਮਾਊਂਟ ਦੇ ਵਿੱਚੋਂ ਅਸੀਂ ਟੀਚਰਸ ਨੂੰ ਗ੍ਰੈਚੁਇਟੀ ਦੇਣੀ ਹੁੰਦੀ ਹੈ ਜਦੋਂ ਟੀਚਰ ਰਿਟਾਇਰ ਹੁੰਦਾ ਹੈ। ਔਰ ਮੰਦਭਾਗੀ ਗੱਲ ਇਹ ਹੈ ਕਿ ਜਿਹੜੇ ਕਾਲਜ ਮੈਨੇਜਮੈਂਟਸ ਨੇ ਜਾਂ ਕਾਲਜਿਸ ਨੇ ਉਹ ਪੈਸਾ ਸਟੂਡੈਂਟਸ ਤੋਂ ਲੈ ਰਹੀਆਂ, ਬਟ ਉਹ ਟੀਚਰ ਨੂੰ ਡਿਲੀਵਰ ਨਹੀਂ ਹੋ ਰਿਹਾ। ਬਹੁਤ ਸਾਰੀ ਜਗ੍ਹਾ 'ਤੇ ਟੀਚਰਸ ਦਾ ਪ੍ਰੋਪਰ PF ਨਹੀਂ ਕੱਟਿਆ ਜਾ ਰਿਹਾ, ਠੀਕ ਹੈ, ਟੀਚਰ ਦੀ ਪ੍ਰਮੋਸ਼ਨ ਨਹੀਂ ਹੋ ਰਹੀ। ਸੋ ਚਾਹੇ ਉਹ ਸਾਡੇ ਕੋਲ ਪੇ ਸਕੇਲ ਦੀ ਗੱਲ ਹੋਵੇ, ਚਾਹੇ ਸਾਡੀ ਇਨਕਰੀਮੈਂਟਸ ਦੀ ਗੱਲ ਹੋਵੇ, ਚਾਹੇ PhD ਇਨਕਰੀਮੈਂਟਸ ਦੀ ਗੱਲ ਹੋਵੇ, ਚਾਹੇ ਉਹ ਕੈਸ਼ ਪ੍ਰਮੋਸ਼ਨ ਹੋਵੇ, ਚਾਹੇ ਉਹ ਸਾਡੇ ਕੋਲ PF ਜਿਹੜਾ ਹੈਗਾ ਬੱਚੇ ਜਿਹੜੇ ਸਾਡੇ ਟੀਚਰਸ ਦਾ ਨਹੀਂ ਕੱਟਿਆ ਜਾ ਰਿਹਾ, ਚਾਹੇ ਗ੍ਰੈਚੁਇਟੀ ਦਾ ਹੋਵੇ। ਇਹ ਸਾਰੇ ਇਸ਼ੂਜ਼ ਜਿਹੜੇ ਬੜੇ ਇੰਪੋਰਟੈਂਟ ਹੈ। ਔਰ ਇੱਕ ਹੋਰ ਜਿਹੜਾ ਵੱਡਾ ਇਸ਼ੂ ਹੈਗਾ ਉਹ ਅਰਨ ਲੀਵ ਦਾ ਇਸ਼ੂ ਹੈਗਾ। ਪੰਜਾਬ ਗਵਰਨਮੈਂਟ ਨੇ ਵੀ ਔਰ ਸੈਂਟਰ ਗਵਰਨਮੈਂਟ ਨੇ ਜਿਹੜੀਆਂ ਅਰਨ ਲੀਵਸ 180 ਤੋਂ ਵਧਾ ਕੇ ਜਿਹੜੀਆਂ ਉਹ 300 ਕਰ ਦਿੱਤੀਆਂ ਗਈਆਂ, ਰਾਈਟ। ਬਟ ਅਜੇ ਵੀ ਜਿਹੜੇ ਬਹੁਤ ਸਾਰੇ ਮੈਜੋਰਟੀ ਆਫ ਦੀ ਕਾਲਜਿਸ ਨੇ ਉਹ 180 ਹੀ ਦੇ ਰਹੇ ਆ। ਈਵਨ ਯੂਨੀਵਰਸਿਟੀ ਕੈਂਪਸ ਵਾਸਤੇ ਪਿੱਛੇ MHRD ਨੇ ਵੀ ਅਪਰੂਵ ਕਰਤਾ 300 ਜਿਹੜੀਆਂ ਅਰਨ ਲੀਵ ਆ ਉਹ ਟੀਚਰ ਨੂੰ ਰਿਟਾਇਰਮੈਂਟ 'ਤੇ ਦਿੱਤੀਆਂ ਜਾਣ। ਬਟ ਅਜੇ ਵੀ ਇਹ ਸਾਡੀ ਲੜਾਈ ਵੀ ਪੈਂਡਿੰਗ ਹੈ ਕਿ ਜਿਹੜੀ 300 ਅਰਨ ਲੀਵ ਹੈ ਉਹ ਅਸੀਂ ਸਾਰੇ ਕਾਲਜਿਸ ਨੂੰ, ਸਾਰੇ ਫੈਕਲਟੀ ਮੈਂਬਰਸ ਨੂੰ ਦਵਾਈਏ, ਤਾਂ ਕਿ ਜਿਹੜੇ ਸਾਡੇ ਟੀਚਰਸ ਦੇ ਬਣਦੇ ਹੱਕ ਹੈ ਉਹ ਉਹਨਾਂ ਨੂੰ ਮਿਲ ਸਕਣ। ਸੈਨੇਟ ਦਾ ਜਿਹੜਾ ਪਿਛਲਾ ਕਾਰਜਕਾਲ ਸੀ 2016 ਤੋਂ ਲੈ ਕੇ 2020 ਤੱਕ, ਉਹਨੂੰ ਤੁਸੀਂ ਕਿਵੇਂ ਦੇਖਦੇ ਹੋ?
ਜੋ ਵੀ ਮੀਟਿੰਗਸ ਹੋਈਆਂ 4 ਸਾਲਾਂ ਦੇ ਵਿੱਚ ਕੀ ਲੱਗਦਾ ਹੈਗਾ ਕੀ ਉਹਦਾ ਸਿੱਟਾ ਨਿਕਲਿਆ? ਜਿਹੜੇ ਮੁੱਦਿਆਂ ਤੁਸੀਂ ਗੱਲ ਕੀਤੀ, ਸਪੈਸ਼ਲੀ ਟੀਚਰਸ ਦੀ ਗੱਲ ਕੀਤੀ, ਪੀਐਫ ਦੀ ਗੱਲ ਕੀਤੀ, ਪੇ ਸਕੇਲ ਦੀ ਗੱਲ ਕੀਤੀ, ਪ੍ਰਮੋਸ਼ਨ ਦੀ ਗੱਲ ਕੀਤੀ, ਇਹ ਮੁੱਦੇ ਕਿੰਨੇ ਕਿ ਉੱਥੇ ਪਿਛਲੀ ਵਾਰ ਚੱਕੇ ਗਏ ਸੀਗੇ ਤੇ ਸੁਣਵਾਈ ਕਿੰਨੀ ਕੁ ਹੋਈ ਇਹਨਾਂ ਦੀ? ਜੇਕਰ ਅਸੀਂ ਮੀਨਸ ਸੈਨੇਟ ਦੀ ਵਰਕਿੰਗ ਦੀ ਜਿਹੜੀ ਜਿੱਦਾਂ ਤੁਸੀਂ ਪੁੱਛਿਆ ਉਸ ਦੀ ਗੱਲ ਕਰਦੇ ਹਾਂ ਤੇ ਜਦੋਂ ਕਿਉਂਕਿ ਮੇਰਾ ਤਾਂ ਇੱਕ ਪਹਿਲਾ ਐਕਸਪੀਰੀਅੰਸ ਸੀ ਪਿਛਲੀ ਵਾਰ ਜਦੋਂ ਮੈਂ ਸੈਨੇਟ ਦੇ ਵਿੱਚ ਆਇਆ, ਬਟ ਜਦੋਂ ਸੈਨੇਟ ਦੇ ਵਿੱਚ ਆਏ, ਜਦੋਂ ਦੇਖਿਆ ਵੀ ਇੱਕ ਇਸ਼ੂ ਤੇ ਇੱਕ ਬਹੁਤ ਹੈਲਦੀ ਡਿਸਕਸ਼ਨ ਹੋ ਰਹੀ ਹੈ ਤੇ ਮੀਨਸ ਉਦੋਂ ਸਾਨੂੰ ਮਾਣ ਵੀ ਮਹਿਸੂਸ ਹੋਇਆ ਕਿ ਮੀਨਸ ਇਦਾਂ ਦੇ ਸੈਟਅਪ ਦੇ ਵਿੱਚ ਬੈਠੇ ਆ ਜਿੱਥੇ ਅਸੀਂ ਮੀਨਸ ਲਾਈਕ ਹਰ ਇੱਕ ਪੁਆਇੰਟ ਆਫ ਵਿਊ ਨੂੰ ਦੇਖ ਕੇ ਹਰ ਇੱਕ ਤਰ੍ਹਾਂ ਮੀਨਸ ਉਸ ਇਸ਼ੂ ਨੂੰ ਝੰਜੋਲ ਕੇ ਅਸੀਂ ਦੇਖਦੇ ਹਾਂ ਕਿ ਮੀਨਸ ਇਸ ਦਾ ਕੀ ਪੋਜ਼ਿਟਿਵ ਹੈ, ਕੀ ਨੈਗੇਟਿਵ ਹੈ। ਉਸ ਤੋਂ ਬਾਅਦ ਅਸੀਂ ਜਿਹੜਾ ਉਹ ਡਿਸੀਜਨ ਲੈਂਦੇ ਹਾਂ ਕਿ ਇੰਸਟੈਡ ਇੱਕ ਹੀ ਬੰਦਾ ਉਸ ਦੇ ਸ਼ਾਇਦ ਡਿਸੀਜਨ ਲਵੇ ਤੇ ਉਹਨਾਂ ਇਫੈਕਟਿਵ ਡਿਸੀਜਨ ਸ਼ਾਇਦ ਨਾ ਹੋ ਸਕੇ। ਔਰ ਮੈਨੂੰ ਲੱਗਿਆ ਕਿ ਜਿਹੜੀ ਵਰਕਿੰਗ ਹੈ ਉਹ ਸਾਡੇ ਸੈਨੇਟ ਦੀ ਉਹ ਬਹੁਤ ਹੀ ਮੀਨਸ ਇਫੈਕਟਿਵ ਵਰਕਿੰਗ ਹੈ ਔਰ ਉਸ ਦੇ ਵਿੱਚ ਕੋਈ ਕਿਸੇ ਤਰ੍ਹਾਂ ਦਾ ਫਲੋ ਨਹੀਂ ਹੈ। ਹਾਲਾਂਕਿ ਮੀਨਸ ਪਿੱਛੇ ਤੁਸੀਂ ਕਿਤੇ ਨਾ ਕਿਤੇ ਮੀਨਸ ਪੜ੍ਹਿਆ ਵੀ ਹੋਏਗਾ ਅਖਬਾਰਾਂ ਦੇ ਵਿੱਚ ਵੀ ਪਿੱਛੇ ਕਈ ਗੱਲਾਂ ਹੋਈਆਂ ਰਿਫਾਰਮਸ ਦੀ ਸਾਡੇ ਟਾਈਮ ਐਂਡ ਅਗੇਨ ਗੱਲ ਹੁੰਦੀ ਕਿ ਸਾਨੂੰ ਰਿਫਾਰਮਸ ਕਰਨ ਦੀ ਜਿਹੜੀ ਹੈਗੀ ਆ ਉਹ ਜ਼ਰੂਰਤ ਹੈਗੀ ਹੈ ਤੇ ਮੈਂ ਇਸ ਗੱਲ ਦੇ ਨਾਲ ਸਹਿਮਤ ਹਾਂ ਕਿ ਰਿਫਾਰਮਸ ਹਮੇਸ਼ਾ ਹੀ ਹੁੰਦੇ ਆਏ ਆ। ਪੰਜਾਬ ਯੂਨੀਵਰਸਿਟੀ ਦਾ ਜਿਹੜਾ ਕੈਲੰਡਰ ਆ ਹੰਡਰਡਸ ਆਫ ਟਾਈਮਸ ਇਹਦੇ ਵਿੱਚ ਅਮੈਂਡਮੈਂਟ ਹੋ ਸਕੀਆਂ। ਜਿਹੜੇ ਹੋਰ ਵੀ ਰਿਫਾਰਮਸ ਹੈਗੇ ਆ ਉਹ ਟਾਈਮ ਦੇ ਨਾਲ ਸਾਨੂੰ ਰਿਫਾਰਮ ਕਰਨ ਵਾਸਤੇ ਅਸੀਂ ਸਾਰੇ ਓਪਨ ਹੈ। ਅਸੀਂ ਇਹ ਨਹੀਂ ਕਹਿੰਦੇ ਕਿ ਅਸੀਂ ਰਿਫਾਰਮਸ ਨਹੀਂ ਕਰਨੇ ਆ, ਬਟ ਜਿਹੜੀ ਉਸ ਦੀ ਅਥਾਰਟੀ ਹੈ ਉਹ ਸੈਨੇਟ ਸਿੰਡੀਕੇਟ ਦੇ ਕੋਲ ਹੀ ਹੈ। ਉਹ ਜਿਹੜੀ ਸੈਨੇਟ ਸਿੰਡੀਕੇਟ ਦੇ ਥਰੂ ਹੀ ਜਿਹੜੇ ਰਿਫਾਰਮਸ ਹੋਣੇ ਚਾਹੀਦੇ ਆ ਔਰ ਰਿਫਾਰਮਸ ਦੀ ਜਿੱਥੇ ਵੀ ਜ਼ਰੂਰਤ ਆ ਉਹ ਜ਼ਰੂਰ ਹੋਣੇ ਚਾਹੀਦੇ ਆ। ਇਹ ਮੈਂ ਜ਼ਰੂਰ ਕਹਿਣਾ ਚਾਹਾਂਗਾ। ਇਸ਼ੂਜ਼ ਦੀ ਗੱਲ ਕੀਤੀ, ਮੈਂ ਜਦੋਂ ਸਿੰਡੀਕੇਟ 2000 ਪਹਿਲੀ ਟਰਮ ਦੇ ਵਿੱਚ ਹੀ ਮੈਂ ਸਿੰਡੀਕੇਟ ਦਾ ਮੈਂਬਰ ਬਣ ਗਿਆ ਸੀਗਾ 2017 ਦੇ ਵਿੱਚ ਜਨਵਰੀ ਦੇ ਵਿੱਚ। ਉਸ ਦੇ ਵਿੱਚ ਇਹ ਇਸ਼ੂਜ਼ ਮੈਂ ਸਾਰੇ ਜਿਹੜੇ ਟਾਈਮ ਐਂਡ ਅਗੇਨ ਜਿਹੜੇ ਉਹ ਰੇਜ਼ ਕੀਤੇ। ਬਹੁਤ ਸਾਰੇ ਕਾਲਜਿਸ ਤੋਂ ਜਿਹੜਾ ਹੈਗਾ ਉਹ ਸਾਰੇ ਆਲ ਕਾਲਜਿਸ ਤੋਂ ਜਿਹੜਾ ਹੈਗਾ ਉਹ ਮੀਨਸ ਅਸੀਂ ਡਾਟਾ ਮੰਗਾਇਆ ਕਿ ਤੁਸੀਂ ਡਾਟਾ ਦਿਓ ਕਿ ਪਿਛਲੇ 10 ਸਾਲ ਦੇ ਵਿੱਚ ਤੁਸੀਂ ਕਿੰਨੇ ਟੀਚਰ ਨੂੰ ਗ੍ਰੈਚੁਇਟੀ ਦਿੱਤੀ, ਕਿੰਨੀਆਂ ਅਰਨ ਲੀਵ ਦਿੱਤੀਆਂ ਜਾਂ ਜਿਹੜੇ ਦੂਸਰੇ ਬੈਨੀਫਿਟ ਸੀਗੇ ਉਹ ਤੁਸੀਂ ਕਿੰਨੇ ਦਿੱਤੇ। ਡਾਟਾ ਮੰਗਾਇਆ, ਡਾਟਾ ਦੀ ਪ੍ਰੋਸੈਸਿੰਗ ਨਹੀਂ ਹੋਈ ਕਰ ਪਾਈ ਯੂਨੀਵਰਸਿਟੀਜ਼ ਅਥਾਰਟੀਜ਼। ਸੈਨੇਟ ਦੇ ਵਿੱਚ ਮੈਂ ਗੱਲ ਇਹਨਾਂ ਨੂੰ ਯੂਨੀਵਰਸਿਟੀ ਅਥਾਰਟੀਜ਼ ਨੂੰ ਕਈ ਵਾਰ ਵੀ ਕਿਹਾ ਕਿ ਜੇਕਰ ਤੁਹਾਡੇ ਤੋਂ ਇਹ ਡਾਟਾ ਪ੍ਰੋਸੈਸ ਨਹੀਂ ਹੋ ਰਿਹਾ ਤੁਸੀਂ ਮੈਨੂੰ ਸਿੰਗਲ ਹੈਂਡਡਲੀ ਇਹ ਡਾਟਾ ਦੇ ਦਿਓ, ਮੈਂ ਸਾਰੇ ਦਾ ਸਾਰਾ ਡਾਟਾ ਪ੍ਰੋਸੈਸ ਕਰਕੇ ਤੁਹਾਨੂੰ ਦੇ ਦਿਆਂਗਾ। ਉਸ ਤੋਂ ਬਾਅਦ ਤਾਂ ਕਿ ਅਸੀਂ ਜਿਹੜਾ ਹੈਗਾ ਉਹ ਡਿਸੀਜਨ ਲੈ ਪਈਏ। ਜੇ ਤੁਹਾਡੇ ਕੋਲ ਮੈਨ ਪਾਵਰ ਦੀ ਪ੍ਰੋਬਲਮ ਹੈ, ਕੋਈ ਪ੍ਰੋਬਲਮ ਨਹੀਂ ਹੈ, ਮੈਂ ਦਿਨ ਰਾਤ ਕਰਕੇ ਮੈਂ ਸਾਰਾ ਕੰਮ ਕਰਾਂਗਾ। ਮੈਂ ਹਰ ਤਰ੍ਹਾਂ ਦੇ ਨਾਲ ਇਸ ਡਾਟਾ ਨੂੰ ਪ੍ਰੋਸੈਸ ਕਰਕੇ ਕਿਹੜੇ ਕਾਲਜ ਦੇ ਵਿੱਚ ਕੀ ਕਮੀਆਂ, ਕੀ ਮਿਲ ਰਿਹਾ, ਕੀ ਨਹੀਂ ਮਿਲ ਰਿਹਾ, ਸਾਰਾ ਡਾਟਾ ਤੁਹਾਨੂੰ ਕੰਪਲੀਟ ਕਰਕੇ ਦੇ ਦਿਆਂਗੇ। ਇਹ ਸੈਨੇਟ ਦੇ ਵਿੱਚ ਔਨ ਰਿਕਾਰਡ ਹੈ ਔਰ ਬਟ ਉਸ 'ਤੇ ਜਿਹੜਾ ਵਾਈਸ ਚਾਂਸਲਰ ਨੇ ਕੋਈ ਪੋਜ਼ੀਟਿਵ ਜਿਹੜਾ ਹੈਗਾ ਉਹ ਹੁੰਗਾਰਾ ਨਹੀਂ ਦਿੱਤਾ। ਅਤੇ ਅੱਜ ਦੀ ਡੇਟ ਦੇ ਵਿੱਚ ਫਿਰ ਮੈਂ ਦੁਬਾਰਾ ਇਸ਼ੂ ਜਦੋਂ ਰੇਜ਼ ਕੀਤਾ, ਦੁਬਾਰਾ ਫਿਰ ਡਾਟਾ ਮੰਗਾਇਆ ਗਿਆ। ਉਹ ਡਾਟਾ ਜਿਹੜਾ ਫਾਈਲਾਂ ਦੇ ਵਿੱਚ ਦਬ ਕੇ ਰਹਿ ਗਿਆ ਔਰ ਉਸ ਦਾ ਹੋਰ ਕੋਈ ਮੀਨਸ ਲਾਈਕ ਐਸ ਸੱਚ ਯੂਨੀਵਰਸਿਟੀ ਵੱਲੋਂ ਉਸ ਦਾ ਕੁਝ ਨਹੀਂ ਹੋਇਆ। ਪਰ ਮੈਂ ਉਮੀਦ ਕਰਦਾ ਕਿ ਜੇ ਆਉਣ ਵਾਲੀ ਟਰਮ ਦੇ ਵਿੱਚ ਇਹ ਸਾਰੇ ਡਾਟੇ ਨੂੰ ਅਸੀਂ ਫਾਈਲਾਂ ਦੇ ਵਿੱਚੋਂ ਕਢਵਾਵਾਂਗੇ ਔਰ ਇਸ ਨੂੰ ਅਮਲੀ ਰੂਪ ਦੇ ਕੇ ਜਿਹੜੇ ਬੈਨੀਫਿਟਸ ਟੀਚਰਸ ਦੇ ਬਣਦੇ ਆ ਉਹ ਟੀਚਰਸ ਨੂੰ ਜਿਹੜੇ ਉਹ ਦਵਾਵਾਂਗੇ। ਔਰ ਬਟ ਉਸ ਦਾ ਇੱਕ ਫਾਇਦਾ ਜ਼ਰੂਰ ਹੋਇਆ ਕਿ ਕੁਝ ਕੁ ਕਾਲਜਾਂ ਦੇ ਵਿੱਚ ਜਦੋਂ ਮੈਨੇਜਮੈਂਟਸ ਜਾਂ ਪ੍ਰਿੰਸੀਪਲ ਨੂੰ ਇਹ ਪਤਾ ਲੱਗਿਆ ਕਿ ਇੱਦਾਂ ਦੇ ਕੁਝ ਇਸ਼ੂਜ਼ ਸੈਨੇਟ ਜਾਂ ਸਿੰਡੀਕੇਟ ਦੇ ਵਿੱਚ ਉੱਠ ਰਹੇ ਆ, ਕੁਝ ਕੁ ਬੈਨੀਫਿਟ ਉਹਨਾਂ ਨੇ ਟੀਚਰਸ ਨੂੰ ਦੇਣੇ ਸ਼ੁਰੂ ਕਰਤੇ। ਕਿਉਂਕਿ ਅਸੀਂ ਜੇਕਰ ਉਹਨੂੰ ਡਾਟਾ ਦੇਣਾ ਹੈ ਜਾਂ ਮੀਨਸ ਸਾਡੇ 'ਤੇ ਕੋਈ ਐਕਸ਼ਨ ਹੁੰਦਾ ਇਸ ਤੋਂ ਪਹਿਲਾਂ ਕਿ ਮੀਨਸ ਸਾਨੂੰ ਜਿਹੜਾ ਹੈਗਾ ਉੱਧਰੋਂ ਕੋਈ ਸਾਡੇ 'ਤੇ ਐਕਸ਼ਨ ਹੋਵੇ, ਉਹਨਾਂ ਨੇ ਕੁਝ ਬੈਨੀਫਿਟ ਕੁਝ ਕਾਲਜਿਸ ਨੇ ਦੇਣੇ ਸ਼ੁਰੂ ਕਰ ਦਿੱਤੇ। ਪਰ ਮੈਂ ਇਹ ਕਹਿੰਦਾ ਕਿ ਅਜੇ 100% ਨਹੀਂ ਹੋਇਆ, ਅਸੀਂ 100% ਨੂੰ ਅਜੇ ਅਚੀਵ ਕਰਨਾ ਹੈ। ਬਹੁਤ ਬਹੁਤ ਸ਼ੁਕਰੀਆ ਜੀ। ਸੋ ਡਾਕਟਰ ਸ਼ਮਿੰਦਰ ਸਿੰਘ ਸੰਧੂ ਜੀ ਨਾਲ ਅਸੀਂ ਗੱਲਬਾਤ ਕਰ ਰਹੇ ਸੀਗੇ, ਡੀਏਵੀ ਕਾਲਜ ਦੇ ਪ੍ਰੋਫੈਸਰ ਨੇ, ਫਿਜ਼ਿਕਸ ਦੇ ਪ੍ਰੋਫੈਸਰ ਨੇ। ਇਹਨਾਂ ਨੇ ਦੱਸਿਆ ਕਿ ਟੀਚਰਸ ਦੇ ਜਿਹੜੇ ਬਹੁਤ ਸਾਰੇ ਮੁੱਦੇ ਹੁੰਦੇ ਨੇ ਜਿਨ੍ਹਾਂ ਦੀ ਸ਼ਾਇਦ ਉਨੀ ਗੱਲ ਨਹੀਂ ਹੁੰਦੀ ਗੀ, ਪਰ ਇਸ ਵਾਰ ਜਿਹੜਾ ਹੈ ਇਹਨਾਂ ਦੀ ਕੋਸ਼ਿਸ਼ ਰਹੂਗੀ ਕਿ ਜਿਹੜੇ ਟੀਚਰਸ ਦੇ ਮੁੱਦੇ ਨੇ, ਕਿਉਂਕਿ ਬਹੁਤ ਸਾਰੀਆਂ ਫਾਈਲਾਂ ਪਿਛਲੇ 4 ਸਾਲਾਂ ਦੇ ਵਿੱਚ ਜੋ ਸੈਨੇਟ ਬਣੀ ਸੀ ਉਹਦੇ ਵਿੱਚ ਸ਼ਾਇਦ ਉਹ ਨਹੀਂ ਖੁੱਲ੍ਹ ਪਾਈਆਂ ਜੋ ਟੀਚਰਸ ਦੇ ਵੱਖ-ਵੱਖ ਮੁੱਦੇ ਸੀ। ਇਸ ਵਾਰ ਜੇ ਡਾਕਟਰ ਸ਼ਮਿੰਦਰ ਸਿੰਘ ਸੰਧੂ ਜਿੱਤਦੇ ਨੇ ਤਾਂ ਉਹ ਫਾਈਲਾਂ ਨੂੰ ਖੋਲ੍ਹਣ ਦੀ ਕੋਸ਼ਿਸ਼ ਕਰਨਗੇ, ਇਹਨਾਂ ਦਾ ਇਹ ਕਹਿਣਾ। ਚੰਡੀਗੜ੍ਹ ਤੋਂ ਕੈਮਰਾਮੈਨ ਆਕਾਸ਼ ਦੇ ਨਾਲ ਹਰਸ਼ਬਾਬ ਸਿੰਘ ਸਿੱਧੂ, ਬਾਬੂਸ਼ਾਹੀ ਟਾਈਮਸ। ਲੇਟੈਸਟ ਨਿਊਜ਼ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਸਾਡੀ ਲੇਟੈਸਟ ਵੀਡੀਓ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਦਬਾਉਣਾ ਨਾ ਭੁੱਲਿਓ।